ਕਾਲੇ ਰੰਗ ਦਾ ਤਿਲ ਹੈ, ਇਹ ਮੈਨੂੰ ਬਹੁਤ ਸੋਹਣਾ ਲੱਗਦਾ। ਮੇਰਾ ਦਿਲ ਕਰਦਾ ਹੈ ਮੈਂ ਇਹਨੂੰ ਦੇਖੀ ਜਾਵਾਂ। ਮੈਂ ਉਹਨੂੰ ਪਿਆਰ ਨਾਲ ਕਿਹਾ ਕਿ ਤੂੰ ਮੈਨੂੰ ਗੌਰ ਨਾਲ ਨਾ ਵੇਖਿਆ ਕਰ। ਕੋਈ ਆਪਣੀਆਂ ਭੈਣਾਂ ਨਾਲ ਇਦਾਂ ਦੀਆਂ ਗੱਲਾਂ ਵੀ ਕਰਦਾ ਜਿੱਦਾਂ ਤੂੰ ਕਰਦਾ? ਇਸ ਤਰ੍ਹਾਂ ਕੋਈ ਵੇਖਦਾ ਜਿਵੇਂ ਤੂੰ ਵੇਖਦਾ? ਉਹਨੇ ਮੇਰੀ ਗੱਲ ਨੂੰ ਸੁਣ ਲਿਆ ਤੇ ਉੱਥੋਂ ਚਲਾ ਗਿਆ। ਕੁਝ ਦਿਨ ਹੋਰ ਲੰਘ ਗਏ। ਮੇਰੀ ਸਿਹਤ ਠੀਕ ਨਹੀਂ ਰਹਿੰਦੀ ਸੀ। ਮੈਨੂੰ ਚੱਕਰ ਜਿਹੇ ਆਉਣ ਲੱਗ ਜਾਂਦੇ ਸਨ। ਮੇਰਾ ਘਰ ਵਾਲਾ ਮੈਨੂੰ ਡਾਕਟਰ ਕੋਲ ਲੈ ਕੇ ਗਿਆ ਤਾਂ ਫਿਰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ। ਇਸ ਖੁਸ਼ੀ ਨੂੰ ਲੈ ਕੇ ਮੇਰੇ ਘਰ ਦੇ ਬਹੁਤ ਖੁਸ਼ ਹੋਏ ਤੇ ਸਾਰਾ ਪਰਿਵਾਰ ਮੇਰਾ ਬਹੁਤ ਧਿਆਨ ਰੱਖਣ ਲੱਗਾ। ਡਾਕਟਰ ਨੇ ਮੈਨੂੰ ਬੈੱਡ ਰੈਸਟ ਕਰਨ ਲਈ ਕਿਹਾ। ਰਸੋਈ ਵਿੱਚ ਕੰਮ ਮੇਰੀਆਂ ਦੋਵੇਂ ਨਣਾਨਾਂ ਤੇ ਮੇਰੀ ਸੱਸ ਹੀ ਕਰਦੀਆਂ ਸੀ। ਮੇਰਾ ਸਾਰਾ ਦਿਨ ਕਮਰੇ ਵਿੱਚ ਬੈਠੀ ਦਾ ਹੀ ਬੀਤ ਜਾਂਦਾ। ਇੱਕ ਦਿਨ ਮੇਰੀਆਂ ਨਣਾਨਾਂ ਤੇ ਮੇਰੇ ਸੱਸ ਸਹੁਰਾ ਕਿਸੇ ਵਿਆਹ ਤੇ ਜਾਣ ਦੀ ਤਿਆਰੀ ਕਰ ਰਹੇ ਸੀ ਤੇ ਡਾਕਟਰ ਨੇ ਮੈਨੂੰ ਸਫ਼ਰ ਕਰਨ ਤੋਂ ਮਨਾ ਕਰ ਦਿੱਤਾ। ਮੇਰਾ ਦਿਓਰ ਆਪਣੇ ਪੇਪਰ ਦੀ ਗੱਲ ਕਰ ਰਿਹਾ ਸੀ ਤੇ ਉਹ ਘਰ ਹੀ ਰੁਕ ਕੇ ਕਹਿੰਦਾ ਕਿ ਮੰਮੀ ਅੱਜ ਮੇਰਾ ਪੇਪਰ ਆ ਤਾਂ ਮੈਂ ਸਕੂਲ ਤੋਂ ਜਲਦੀ ਵਾਪਸ ਨਹੀਂ ਆਉਣਾ ਤੇ ਸ਼ਾਮ ਨੂੰ ਹੀ ਆਉਂਗਾ। ਮੈਂ ਆਪਣੇ ਪੇਕਿਆਂ ਦੇ ਘਰ ਜਾਣਾ ਚਾਹੁੰਦੀ ਸੀ। ਮੇਰੀ ਸੱਸ ਨੇ ਮੈਨੂੰ ਮੇਰੇ ਦਿਓਰ ਕਰਕੇ ਘਰ ਹੀ ਰਹਿਣ ਲਈ ਕਿਹਾ ਕਿ ਅਸੀਂ ਰਾਤ ਤੱਕ ਵਾਪਸ ਆ ਜਾਵਾਂਗੇ। ਮੈਂ ਵੀ ਸੋਚਿਆ ਕਿ ਨੂੰਹ ਹੋਣ ਦਾ ਫਰਜ਼ ਪੂਰਾ ਕਰਾਂ ਤੇ ਮੈਂ ਆਪਣੀ ਸੱਸ ਦੀ ਗੱਲ ਮੰਨ ਲਈ। ਮੈਂ ਰਾਤ ਨੂੰ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਕਮਰੇ ਨੂੰ ਅੰਦਰੋਂ ਚੰਗੀ ਤਰ੍ਹਾਂ ਬੰਦ ਕਰ ਲਿਆ। ਮੈਨੂੰ ਬਹੁਤ ਨੀਂਦ ਆ ਰਹੀ ਸੀ ਤੇ ਮੈਨੂੰ ਮੇਰੇ ਘਰ ਵਾਲੇ ਦਾ ਫੋਨ ਆਇਆ। ਕਹਿੰਦਾ ਅਸੀਂ ਉੱਥੋਂ ਤੁਰਨ ਹੀ ਲੱਗੇ, ਅਚਾਨਕ ਮੀਂਹ ਪੈਣ ਲੱਗ ਪਿਆ ਤੇ ਕਾਲੇ ਬੱਦਲਾਂ ਨੇ ਹੋਰ ਹਨੇਰਾ ਕਰ ਦਿੱਤਾ। ਰਾਤ ਨੂੰ ਇੰਨੀ ਤੇਜ਼ ਮੀਂਹ ਤੇ ਜ਼ੋਰ-ਜ਼ੋਰ ਨਾਲ ਬੱਦਲ ਗਰਜ ਰਿਹਾ ਸੀ ਕਿ ਮੈਨੂੰ ਫਿਰ ਦੁਬਾਰਾ ਮੇਰੇ ਘਰ ਵਾਲੇ ਦਾ ਫੋਨ ਆਇਆ ਤੇ ਕਹਿੰਦਾ ਅਸੀਂ ਹੁਣ ਮੀਂਹ ਵਿੱਚ ਇੱਥੇ ਹੀ ਹਾਂ, ਸਾਨੂੰ ਇੱਥੇ ਹੀ ਰੁਕਣਾ ਪਊ। ਤੇ ਪ੍ਰੀਤ ਨੂੰ ਬੱਦਲ ਗਰਜਣ ਤੋਂ ਬਹੁਤ ਡਰ ਲੱਗਦਾ। ਉਹ ਇਕੱਲਾ ਕਮਰੇ ਵਿੱਚ ਡਰ ਨਾ ਜਾਏ, ਉਹਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਆਪਣੇ ਕੋਲ ਸੁਲਾ ਲੈ। ਮੈਨੂੰ ਆਪਣੇ ਘਰ ਵਾਲੇ ਦੀ ਇਹ ਗੱਲ ਚੰਗੀ ਨਾ ਲੱਗੀ ਤੇ ਮੈਂ ਕਿਹਾ ਸਨੀ ਉਹ ਇੰਨਾ ਵੀ ਛੋਟਾ ਨਹੀਂ ਆ ਜਿਹੜਾ ਰਾਤ ਨੂੰ ਮੀਂਹ ਤੋਂ ਡਰ ਜਾਏਗਾ। ਮੈਨੂੰ ਉਹਨੂੰ ਆਪਣੇ ਕਮਰੇ ਵਿੱਚ ਸੁਲਾਉਣਾ ਚੰਗਾ ਨਹੀਂ ਲੱਗ ਰਿਹਾ ਸੀ। ਉਹ ਮੈਨੂੰ ਗੁੱਸੇ ਵਿੱਚ ਕਹਿੰਦਾ ਕਿ ਤੂੰ ਹਰ ਵੇਲੇ ਉਹਦੇ ਵੱਡੇ ਹੋਣ ਦੀ ਗੱਲ ਹੀ ਕਿਉਂ ਕਰਦੀ ਰਹਿਨੀ ਆ? ਉਹ ਬੱਚਾ ਆ, ਉਹ ਬੱਚਾ ਆ, ਉਹਦੀ ਮੱਤ ਬੱਚਿਆਂ ਵਰਗੀ ਆ। ਮੇਰੇ ਨਾਲ ਬਹਿਸ ਨਾ ਕਰ। ਤੇ ਸਨੀ ਨੇ ਫੋਨ ਕੱਟ ਦਿੱਤਾ। ਮੈਂ ਫਿਰ ਵੀ ਆਪਣੇ ਦਿਓਰ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਨਹੀਂ ਤੇ ਆਪ ਸੌਂ ਗਈ। ਰਾਤ ਨੂੰ ਇੰਨੀ ਜ਼ੋਰ ਨਾਲ ਬੱਦਲ ਗਰਜੇ ਕਿ ਜਿਵੇਂ ਕਿਤੇ ਬਿਜਲੀ ਹੀ ਡਿੱਗ ਗਈ ਹੋਵੇ ਤੇ ਮੈਂ ਇੱਕਦਮ ਉੱਠ ਕੇ ਬੈਠ ਗਈ ਤੇ ਅਚਾਨਕ ਲਾਈਟ ਵੀ ਚਲੀ ਗਈ। ਰਾਤ ਨੂੰ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਮੈਂ ਡਰ ਕੇ ਉੱਠ ਕੇ ਬੈਠ ਗਈ। ਹਨੇਰਾ ਬਹੁਤ ਸੀ ਤੇ ਕੁਝ ਵੀ ਦਿਸ ਨਹੀਂ ਰਿਹਾ ਸੀ। ਮੈਂ ਡਰਦੀ ਹੋਈ ਨੇ ਪੁੱਛਿਆ ਕੌਣ ਆ? ਬਾਹਰੋਂ ਆਵਾਜ਼ ਆਈ ਕਿ ਭਾਬੀ ਮੈਂ ਪ੍ਰੀਤ ਹਾਂ, ਜਲਦੀ ਦਰਵਾਜ਼ਾ ਖੋਲ੍ਹ ਦਿਓ। ਮੈਨੂੰ ਬਹੁਤ ਡਰ ਲੱਗ ਰਿਹਾ ਤੇ ਮੈਂ ਮਸਾਂ ਹੀ ਦਰਵਾਜ਼ੇ ਤੱਕ ਪਹੁੰਚੀ। ਮੇਰੇ ਲੱਕ ਵਿੱਚ ਬਹੁਤ ਦਰਦ ਹੋ ਰਿਹਾ ਸੀ ਤੇ ਮੈਨੂੰ ਕਮਜ਼ੋਰੀ ਜਿਹੀ ਫੀਲ ਹੋ ਰਹੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਮੇਰਾ ਦਿਓਰ ਹੱਥ ਵਿੱਚ ਬੈਟਰੀ ਫੜ ਕੇ ਡਰਿਆ ਹੋਇਆ ਖੜਾ ਸੀ। ਉਹ ਮੈਨੂੰ ਕਹਿੰਦਾ ਕਿ ਭਾਬੀ ਮੈਨੂੰ ਬਹੁਤ ਡਰ ਲੱਗ ਰਿਹਾ ਤੇ ਉਹਦੇ ਮੂੰਹ ਦੇ ਰੰਗ ਵੀ ਉੱਡੇ ਹੋਏ ਸੀ। ਮੈਨੂੰ ਮੇਰੇ ਘਰ ਵਾਲੇ ਨੇ ਵੀ ਕਿਹਾ ਸੀ ਕਿ ਪ੍ਰੀਤ ਨੂੰ ਆਪਣੇ ਕਮਰੇ ਵਿੱਚ ਬੁਲਾ ਲਈ। ਉਹ ਬਹੁਤ ਡਰਿਆ ਹੋਇਆ ਸੀ। ਮੈਂ ਉਹਨੂੰ ਆਪਣੇ ਕਮਰੇ ਅੰਦਰ ਆਉਣ ਦਿੱਤਾ। ਮੈਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਮੈਨੂੰ ਕਹਿੰਦਾ ਭਾਬੀ ਮੈਨੂੰ ਬਹੁਤ ਡਰ ਲੱਗਦਾ ਹੈ ਤੇ ਮੇਰੇ ਗਲੇ ਲੱਗ ਗਿਆ। ਮੈਂ ਉਹਨੂੰ ਛੋਟੇ ਬੱਚੇ ਵਾਂਗੂ ਸਮਝਿਆ ਕਿ ਕੁਝ ਨਹੀਂ ਹੁੰਦਾ, ਮੈਂ ਤੇਰੇ ਕੋਲ ਹੀ ਹਾਂ। ਮੈਨੂੰ ਇਦਾਂ ਲੱਗਦਾ ਸੀ ਕਿ ਉਹਨੇ ਮੇਰੇ ਗਲੇ ਲੱਗ ਕੇ ਮੇਰੇ ਹੱਥ ਘੁੱਟ ਕੇ ਫੜ ਲਏ। ਮੈਂ ਤਾਂ ਡਰਦੀ ਹੋਈ ਇਹ ਸੋਚ ਰਹੀ ਸੀ ਕਿ ਉਹਨੇ ਮੈਨੂੰ ਆਪਣੀ ਮੰਮੀ ਜਾਂ ਵੱਡੀ ਭੈਣ ਸਮਝ ਕੇ ਗਲੇ ਲਗਾਇਆ ਹੋਇਆ। ਕੁਝ ਕੁ ਪਲਾਂ ਵਿੱਚ ਹੀ ਉਹ ਮੇਰੇ ਲੱਕ ਨੂੰ ਅਜੀਬ ਜਿਹੇ ਤਰੀਕੇ ਨਾਲ ਹੱਥ ਲਾ ਰਿਹਾ ਸੀ। ਮੈਨੂੰ ਉਹਦੇ ਹੱਥ ਇਦਾਂ ਲੱਗਦੇ ਸੀ ਜਿੱਦਾਂ ਉਹ ਮੈਨੂੰ ਕੁਝ ਕਹਿ ਰਿਹਾ। ਮੈਂ ਉਹਨੂੰ ਜ਼ੋਰ ਨਾਲ ਆਪਣੇ ਤੋਂ ਪਰੇ ਕੀਤਾ। ਉਦੋਂ ਹੀ ਲਾਈਟ ਆ ਗਈ। ਮੀਂਹ ਵੀ ਪੈਣਾ ਘਟ ਗਿਆ ਸੀ ਤੇ ਹਵਾ ਵੀ ਮੱਠੀ ਮੱਠੀ ਚੱਲਦੀ ਸੀ। ਮੈਂ ਉਹਦੇ ਵੱਲ ਵੇਖਿਆ ਤੇ ਉਹਦਾ ਵਰਤਾਵ ਬਦਲਿਆ ਜਿਹਾ ਲੱਗਣ ਲੱਗਾ। ਉਹ ਤਾਂ ਬਿਲਕੁਲ ਵੀ ਡਰਿਆ ਨਹੀਂ ਲੱਗਦਾ ਸੀ ਤੇ ਮੈਂ ਉਹਨੂੰ ਕਿਹਾ ਕਿ ਹੁਣ ਤੂੰ ਆਪਣੇ ਕਮਰੇ ਵਿੱਚ ਚਲਾ ਜਾ, ਮੀਂਹ ਹਨੇਰੀ ਘਟ ਗਿਆ, ਤੈਨੂੰ ਡਰਨ ਦੀ ਕੋਈ ਲੋੜ ਨਹੀਂ ਆ। ਉਹ ਮੈਨੂੰ ਹੱਸ ਕੇ ਕਹਿਣ ਲੱਗਾ ਕਿ ਮੇਰੇ ਅੰਦਰ ਹਨੇਰੀ ਅਜੇ ਮੱਠੀ ਨਹੀਂ ਹੋਈ,
ਜਦੋਂ ਉਹ ਹਨੇਰੀ ਘਟ ਜਾਊਗੀ ਤੇ ਮੈਂ ਚਲਾ ਜਾਊਂਗਾ। ਮੈਂ ਉਹਦੀ ਗੱਲ ਸੁਣ ਕੇ ਹੈਰਾਨ ਜਿਹੀ ਹੋ ਗਈ ਕਿ ਇਹ ਕਿਸੇ ਪਾਸਿਓਂ ਵੀ 14 ਸਾਲਾਂ ਦਾ ਮੁੰਡਾ ਨਹੀਂ ਲੱਗਦਾ। ਉਹਦੀਆਂ ਹਰਕਤਾਂ ਬੱਚਿਆਂ ਵਾਲੀਆਂ ਨਹੀਂ ਸੀ। ਉਹ ਮੇਰੇ ਲਾਗੇ ਹੋਣ ਲੱਗਾ ਤੇ ਮੈਂ ਉਹਨੂੰ ਕਿਹਾ ਕਿ ਪ੍ਰੀਤ, ਤੂੰ ਹੋਸ਼ ਵਿੱਚ ਤਾਂ ਹੈ? ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਮੈਂ ਤੇਰੀਆਂ ਵੱਡੀਆਂ ਭੈਣਾਂ ਵਰਗੀਆਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ। ਉਹ ਮੇਰੀਆਂ ਗੱਲਾਂ ਸੁਣ ਕੇ ਹੱਸਦਾ ਹੋਇਆ ਕਹਿੰਦਾ ਕਿ ਕਿਹੜੀ ਭੈਣ, ਮੇਰੀਆਂ ਤਾਂ ਸਿਰਫ 2 ਹੀ ਭੈਣਾਂ ਨੇ। ਮੈਂ ਤਾਂ ਤੁਹਾਨੂੰ ਦੇਖਦੇ ਹੀ ਪਸੰਦ ਕਰਨ ਲੱਗ ਗਿਆ ਸੀ। ਮੈਂ ਤਾਂ ਸਿਰਫ ਤੁਹਾਡੇ ਕੋਲ ਆਉਣ ਦੇ ਬਹਾਨੇ ਹੀ ਲੱਭਦਾ ਰਹਿੰਦਾ ਸੀ। ਤੁਹਾਡੇ ਨਾਲ ਰਹਿਣਾ ਮੈਨੂੰ ਬਹੁਤ ਚੰਗਾ ਲੱਗਦਾ। ਉਹਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਾ ਜਿੱਦਾਂ ਮੈਂ ਸੁੰਨ ਜਿਹੀ ਹੋ ਗਈ ਹੋਵਾਂ। ਮੇਰੇ ਦਿਓਰ ਤੇ ਇੱਕ ਹਵਸ ਮਟਾਉਣ ਵਾਲੇ ਬੰਦੇ ਵਿੱਚ ਕੋਈ ਫਰਕ ਨਹੀਂ ਸੀ। ਮੈਂ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਤੇਰੀ ਮਾਂ ਵਰਗੀ ਆਂ। ਤੂੰ ਮੇਰੇ ਤੇ ਕਿੰਨੀਆਂ ਗੰਦੀਆਂ ਨਜ਼ਰਾਂ ਰੱਖਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਮੇਰੇ ਸਾਹਮਣੇ ਬਿਨਾਂ ਡਰਦੇ ਖੜਾ ਸੀ। ਕਹਿੰਦਾ, ਮੈਂ ਤੈਨੂੰ ਆਪਣੀ ਮਾਂ ਸਮਝਿਆ ਹੀ ਕਦੋਂ ਸੀ? ਮੈਂ ਤੇ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੇ ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਪਤਾ ਨਹੀਂ ਕਿਉਂ ਮੈਂ ਉਹਦੇ ਸਾਹਮਣੇ ਬੇਵੱਸ ਖੜੀ ਸੀ। ਮੈਂ ਪ੍ਰੈਗਨੈਂਟ ਵੀ ਸੀ। ਕਮਰੇ ਵਿੱਚ ਲਾਈਟ ਨਾ ਹੋਣ ਕਰਕੇ ਮੇਰੀ ਕਿਸਮਤ ਵੀ ਹਨੇਰੇ ਵੱਲ ਚਲੀ ਗਈ। ਮੇਰਾ ਉਹਦੇ ਸਾਹਮਣੇ ਰੋਣਾ, ਬੇਵੱਸ ਹੋ ਕੇ ਹੱਥ ਜੋੜ ਕੇ ਮਿੰਨਤਾਂ ਕਰਨਾ ਕੁਝ ਵੀ ਕੰਮ ਨਾ ਆਇਆ। ਉਹ ਮੇਰੇ ਲਈ ਇੱਕ ਕਾਲੀ ਰਾਤ ਬਣ ਕੇ ਆਇਆ ਸੀ ਤੇ ਉਹਨੇ ਮੇਰੇ ਮੂੰਹ ਤੇ ਕਾਲ ਖਿਲਾ ਦਿੱਤੀ। ਮੈਂ ਬਹੁਤ ਰੋ ਰਹੀ ਸੀ। ਉਹ ਮੇਰੇ ਸਾਹਮਣੇ ਢੀਠ ਬਣ ਕੇ ਬੈਠਾ ਸੀ ਤੇ ਕਹਿੰਦਾ, ਜੇ ਤੂੰ ਕਿਸੇ ਨੂੰ ਕੋਈ ਗੱਲ ਦੱਸੀ ਤਾਂ ਉਹਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ। ਮੈਨੂੰ ਤਾਂ ਉਸਦੀ ਸ਼ਕਲ ਤੋਂ ਵੀ ਨਫ਼ਰਤ ਹੁੰਦੀ ਸੀ ਤੇ ਮੈਂ ਉਸ ਵੇਲੇ 2 ਤਕਲੀਫਾਂ ਸਹਿ ਰਹੀ ਸੀ। ਇੱਕ ਤਾਂ ਮੇਰੇ ਪੇਟ ਵਿੱਚ ਦਰਦ ਹੁੰਦੀ ਸੀ ਤੇ ਦੂਜਾ ਮੇਰੀ ਰੂਹ ਕੰਬ ਗਈ ਸੀ। ਮੈਂ ਉਹਨੂੰ ਗੁੱਸੇ ਵਿੱਚ ਕਿਹਾ ਕਿ ਦਫਾ ਹੋ ਜਾ ਇੱਥੋਂ। ਮੈਂ ਤੇਰੀ ਸਾਰੀ ਕਰਤੂਤ ਆਪਣੇ ਘਰ ਵਾਲੇ ਤੇ ਆਪਣੀ ਸੱਸ ਨੂੰ ਦੱਸ ਦੇਵਾਂਗੀ। ਤੇਰੇ ਵਰਗੇ ਕਮੀਣੇ ਨੂੰ ਉਹ ਬੱਚਾ ਸਮਝਦੇ ਆ। ਉਹ ਮੇਰੀ ਗੱਲ ਸੁਣ ਕੇ ਘਬਰਾਇਆ ਨਹੀਂ ਤੇ ਕਹਿੰਦਾ, ਤੁਸੀਂ ਇਹ ਵੀ ਸ਼ੌਂਕ ਪੂਰਾ ਕਰਕੇ ਵੇਖ ਲਿਓ। ਤੁਹਾਡੀ ਗੱਲ ਤੇ ਕੋਈ ਯਕੀਨ ਨਹੀਂ ਕਰੇਗਾ। ਮੈਂ ਇਸ ਘਰ ਦਾ ਛੋਟਾ ਮੁੰਡਾ ਹਾਂ ਤੇ ਕੋਈ ਵੀ ਮੇਰੇ ਤੇ ਇਲਜ਼ਾਮ ਨਹੀਂ ਲਾਊਗਾ। ਉਹ ਮੈਨੂੰ ਕਹਿੰਦਾ ਕਿ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਪਣੀ ਜ਼ੁਬਾਨ ਤੇ ਮੂੰਹ ਬੰਦ ਰੱਖਿਓ, ਤੇ ਮੇਰੇ ਕਮਰੇ ਚੋਂ ਬਾਹਰ ਚਲਾ ਗਿਆ। ਮੈਂ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਰਸੋਈ ਵਿੱਚੋਂ ਚਾਕੂ ਲੈ ਕੇ ਉਹਦੀ ਜਾਨ ਲੈ ਲਵਾਂ। ਉਹਨੇ ਤਾਂ ਦਿਓਰ ਤੇ ਭਾਬੀ ਦੇ ਰਿਸ਼ਤੇ ਨੂੰ ਖਤਮ ਹੀ ਕਰ ਦਿੱਤਾ। ਸਵੇਰ ਨੂੰ ਬਾਹਰਲੇ ਗੇਟ ਦੀ ਘੰਟੀ ਵੱਜੀ ਤੇ ਮੈਂ ਦਰਦ ਵਿੱਚ ਹੀ ਭੱਜ ਕੇ ਬਾਹਰ ਗਈ ਤੇ ਗੇਟ ਵਿੱਚ ਮੇਰਾ ਘਰ ਵਾਲਾ ਤੇ ਸੱਸ ਸਹੁਰਾ ਨਣਾਨਾਂ ਖੜੀਆਂ ਸਨ। ਮੈਂ ਆਪਣੇ ਘਰ ਵਾਲੇ ਦੇ ਗਲੇ ਲੱਗ ਕੇ ਉੱਚੀ-ਉੱਚੀ ਰੋਣ ਲੱਗ ਗਈ ਤੇ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਮੇਰੇ ਪੇਟ ਵਿੱਚ ਦਰਦ ਵੀ ਜ਼ਿਆਦਾ ਹੋਣ ਲੱਗ ਪਿਆ ਤੇ ਮੈਂ ਤੜਫਣ ਲੱਗ ਗਈ। ਕੁਝ ਪਲਾਂ ਵਿੱਚ ਹੀ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰਾ ਦਿਓਰ ਮੇਰੇ ਕੋਲ ਬੈਠਾ ਸੀ, ਮੇਰੀ ਸੱਸ ਮੇਰੇ ਸਾਹਮਣੇ ਬੈਠੀ ਸੀ ਤੇ ਉਹ ਮੈਨੂੰ ਕਹਿੰਦੀ ਕਿ ਹਰਮਨ, ਜਦੋਂ ਅਸੀਂ ਤੈਨੂੰ ਕਹਿ ਕੇ ਗਏ ਸੀ ਕਿ ਤੂੰ ਆਰਾਮ ਕਰੀਂ ਤੇ ਤੂੰ ਕਿਉਂ ਰਸੋਈ ਵਿੱਚ ਸਾਰਾ ਕੰਮ ਕਰਦੀ ਰਹੀ? ਅਸੀਂ ਰੋਟੀ ਤਾਂ ਬਣਾ ਕੇ ਗਏ ਸੀ। ਤੂੰ ਵੇਖ ਲਿਆ ਨਾ, ਆਪਣੇ ਕੰਮ ਕਰਨ ਦਾ ਇਲਜ਼ਾਮ ਤੂੰ ਤੇ ਤੇਰਾ ਬੱਚਾ ਮਸਾਂ ਹੀ ਬਚਿਓ। ਹੁਣ ਮੈਂ ਤੈਨੂੰ ਮੰਜੇ ਤੋਂ ਭੂੰਜੇ ਪੈਰ ਨਹੀਂ ਰੱਖਣ ਦੇਵਾਂਗੀ। ਮੈਨੂੰ ਲੱਗਦਾ ਸੀ ਕਿ ਇਹ ਝੂਠ ਪ੍ਰੀਤ ਨੇ ਬੋਲਿਆ ਸੀ ਕਿ ਮੈਂ ਘਰ ਦਾ ਕੰਮ ਕਰਦੀ ਰਹੀ। ਮੈਂ ਰੋਂਦੀ ਹੋਈ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਨਹੀਂ ਜਾਣਦੇ ਮੇਰੇ ਨਾਲ ਕੀ ਹੋਇਆ ਹੈ। ਅਜੇ ਮੈਂ ਦੱਸਣ ਹੀ ਲੱਗੀ ਸੀ ਕਿ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਮੇਰੀਆਂ ਨਣਾਨਾਂ ਅੰਦਰ ਆ ਗਈਆਂ। ਮੇਰਾ ਦਿਓਰ ਮੇਰੀ ਸੱਸ ਨੂੰ ਕਹਿੰਦਾ, ਮੰਮੀ, ਮੈਂ ਸਮਝਦਾ ਸੀ ਕਿ ਭਾਬੀ ਬਹੁਤ ਬਹਾਦਰ ਹੋਊਗੀ, ਪਰ ਇਹ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਡਰਪੋਕ ਨਿਕਲੀ। ਮੈਂ ਮੀਂਹ ਵਿੱਚ ਭਾਬੀ ਨੂੰ ਹੀ ਸੰਭਾਲਦਾ ਰਿਹਾ। ਸਾਰਾ ਪਰਿਵਾਰ ਉਹਦੀ ਗੱਲ ਬਹੁਤ ਧਿਆਨ ਨਾਲ ਸੁਣਦਾ ਰਿਹਾ। ਮੈਂ ਸੋਚਦੀ ਸੀ ਕਿ ਸਾਰੀ ਗੱਲ ਘਰ ਜਾ ਕੇ ਆਪਣੇ ਘਰ ਵਾਲੇ ਨੂੰ ਦੱਸੂਗੀ। ਜਦੋਂ ਮੈਂ ਉਹਨੂੰ ਦੱਸਿਆ, ਉਹਨੇ ਮੇਰੇ ਜ਼ੋਰ ਨਾਲ ਇੱਕ ਥੱਪੜ ਮਾਰਿਆ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਮੇਰੇ ਛੋਟੇ ਭਰਾ ਨੂੰ ਸਮਝ ਕੀ ਰੱਖਿਆ? ਤੈਨੂੰ ਸ਼ਰਮ ਨਹੀਂ ਆਉਂਦੀ ਉਹਦੇ ਤੇ ਇਲਜ਼ਾਮ ਲਾਉਂਦੀ ਨੂੰ? ਮੈਂ ਜਾਣਦਾ ਹਾਂ ਕਿ ਤੂੰ ਇਦਾਂ ਕਿਉਂ ਕਰਦੀ ਆਂ। ਮੈਂ ਇਸ ਘਰ ਦਾ ਵੱਡਾ ਮੁੰਡਾ ਹਾਂ। ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢ ਦੇ ਕਿ ਮੈਂ ਤੇਰੀ ਗੱਲ ਸੁਣ ਕੇ ਤੈਨੂੰ ਸੱਚੀ ਕਹੂੰਗਾ। ਮੈਂ ਤੇਰਾ ਸੱਚ ਮੰਨ ਕੇ ਆਪਣੇ ਪਰਿਵਾਰ ਤੋਂ ਅਲੱਗ ਨਹੀਂ ਹੋਣਾ ਚਾਹੁੰਦਾ। ਜੇ ਤੂੰ ਮੇਰੇ ਬੱਚੇ ਦੀ ਮਾਂ ਨਾ ਬਣਨ ਵਾਲੀ ਹੁੰਦੀ ਤੇ ਮੈਂ ਤੇਰੇ ਤੋਂ ਤਲਾਕ ਲੈ ਲੈਣਾ ਸੀ। ਮੇਰੇ ਭਰਾ ਤੇ ਤੂੰ ਕਿਉਂ ਇਲਜ਼ਾਮ ਲਾਉਣੀ ਆ? ਮੈਂ ਆਪਣੇ ਘਰ ਵਾਲੇ ਨੂੰ ਘੂਰ-ਘੂਰ ਕੇ ਵੇਖਦੀ ਸੀ
ਕਿ ਇਹ ਉਹੀ ਸਨੀ ਆ ਜਿਹੜਾ ਮੈਨੂੰ ਬਹੁਤ ਪਿਆਰ ਕਰਦਾ ਸੀ, ਜਾਂ ਉਸਦਾ ਪਿਆਰ ਮੇਰੇ ਲਈ ਇਸ ਕਰਕੇ ਸੀ ਕਿ ਮੈਂ ਉਸਦੇ ਪਰਿਵਾਰ ਦਾ ਧਿਆਨ ਰੱਖਦੀ ਹਾਂ, ਜਾਂ ਮੈਂ ਉਹਦੇ ਭਰਾ ਦੀਆਂ ਗੰਦੀਆਂ ਹਰਕਤਾਂ ਨੂੰ ਹੱਸ ਕੇ ਬਰਦਾਸ਼ਤ ਕਰਦੀ ਸੀ। ਮੇਰੀ ਇਸ ਘਰ ਵਿੱਚ ਕੋਈ ਥਾਂ ਨਹੀਂ ਸੀ। ਮੈਂ ਅੱਜ ਤੱਕ ਜੋ ਵੀ ਕੀਤਾ ਉਹ ਸਾਰਾ ਬੇਕਾਰ ਸੀ। ਉਹਨਾਂ ਨੂੰ ਮੇਰੇ ਤੇ ਕਦੀ ਵੀ ਯਕੀਨ ਨਹੀਂ ਹੋਣਾ। ਮੇਰੇ ਘਰ ਵਾਲੇ ਨੂੰ ਤਾਂ ਆਪਣੇ ਭਰਾ ਤੇ ਜ਼ਿਆਦਾ ਯਕੀਨ ਸੀ। ਮੈਂ ਆਪਣਾ ਸਮਾਨ ਬੈਗ ਵਿੱਚ ਪਾਇਆ ਤੇ ਆਪਣੇ ਪੇਕੇ ਜਾਣ ਲਈ ਤਿਆਰ ਹੋ ਗਈ। ਮੇਰੇ ਘਰ ਵਾਲੇ ਨੇ ਮੈਨੂੰ ਇੱਕ ਵਾਰ ਵੀ ਨਹੀਂ ਰੋਕਿਆ ਤੇ ਮੇਰੀ ਸੱਸ ਹਰ ਗੱਲ ਤੋਂ ਅਣਜਾਣ ਸੀ। ਉਹਨੇ ਮੈਨੂੰ ਕਿਹਾ ਕਿ ਧੀਏ ਤੂੰ ਕਿੱਥੇ ਚੱਲੀ ਆਂ? ਮੈਂ ਕੋਈ ਜਵਾਬ ਨਾ ਦਿੱਤਾ। ਮੇਰਾ ਘਰ ਵਾਲਾ ਮੇਰੀ ਸੱਸ ਨੂੰ ਕਹਿੰਦਾ ਕਿ ਜਾਣ ਦੇ ਇਹਨੂੰ, ਇਹਦਾ ਦਿਮਾਗ ਖਰਾਬ ਹੋ ਗਿਆ, ਪੇਕੇ ਜਾ ਕੇ ਇਹਨੂੰ ਅਕਲ ਆਊਗੀ। ਮੈਂ ਚੁੱਪ ਕਰਕੇ ਬਾਹਰ ਚਲੀ ਗਈ। ਇਹ ਕੋਈ ਆਮ ਜਿਹੀ ਗੱਲ ਨਹੀਂ ਸੀ ਜਿਹਨੂੰ ਮੈਂ ਭੁੱਲ ਜਾਂਦੀ। ਮੈਂ ਬੱਸ ਤੇ ਚੜ੍ਹੀ ਤੇ ਆਪਣੇ ਪੇਕੇ ਚਲੀ ਗਈ। ਉੱਥੇ ਮੈਂ ਆਪਣੇ ਮੰਮੀ ਡੈਡੀ ਨੂੰ ਸਾਰੀ ਗੱਲਬਾਤ ਦੱਸ ਦਿੱਤੀ। ਮੇਰੀ ਮੰਮੀ ਮੈਨੂੰ ਕਹਿੰਦੀ ਕਿ ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਵੀ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕੀ ਕਿ ਜਦੋਂ ਘਰ ਵਿੱਚ ਇਕੱਲੇ ਹੋਈਏ ਤਾਂ ਕਿਸੇ ਗੈਰ ਮਰਦ ਕੋਲ ਨਹੀਂ ਬੈਠੀਦਾ, ਭਾਵੇਂ ਉਹ ਆਪਣਾ ਦਿਓਰ ਹੋਵੇ ਜਾਂ ਕੋਈ ਰਿਸ਼ਤੇਦਾਰ। ਤਾਂ ਕਿਸੇ ਗੈਰ ਮਰਦ ਕੋਲ ਨਹੀਂ ਬੈਠੀਦਾ, ਭਾਵੇਂ ਉਹ ਆਪਣਾ ਦਿਓਰ ਹੋਵੇ ਜਾਂ ਕੋਈ ਰਿਸ਼ਤੇਦਾਰ। ਕਦੀ ਵੀ ਪਿਆਰ ਨਾਲ ਗੱਲ ਨਹੀਂ ਕਰਨੀ ਚਾਹੀਦੀ। ਦਿਓਰ ਭਾਬੀ ਦਾ ਰਿਸ਼ਤਾ ਇਕੱਠੇ ਰਹਿ ਕੇ ਬਾਅਦ 'ਚ ਤਕਲੀਫ ਦਿੰਦਾ ਆ। ਤੂੰ ਕਿੱਦਾਂ ਉਹਨੂੰ ਆਪਣੇ ਲਾਗੇ ਆਉਣ ਦਿੱਤਾ? ਜਦੋਂ ਤੈਨੂੰ ਉਹਦੇ ਲੱਛਣ ਠੀਕ ਨਹੀਂ ਲੱਗਦੇ ਸੀ ਤਾਂ ਤੂੰ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਸੀ। ਇਹ ਸਭ ਕੁਝ ਤੂੰ ਪਹਿਲਾਂ ਮੈਨੂੰ ਦੱਸਦੀ ਤਾਂ ਮੈਂ ਤੈਨੂੰ ਰਹਿਣ ਸਹਿਣ ਬਾਰੇ ਦੱਸ ਦਿੰਦੀ। ਤੂੰ ਤਾਂ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖਣ ਕਰਕੇ ਆਪਣਾ ਸਾਰਾ ਕੁਝ ਗਵਾ ਲਿਆ। ਮੇਰੀ ਮੰਮੀ ਮੇਰੇ ਤੇ ਬਹੁਤ ਗੁੱਸਾ ਕਰ ਰਹੀ ਸੀ। ਮੇਰਾ ਤਾਂ ਕੋਈ ਵੀ ਕਸੂਰ ਨਹੀਂ ਸੀ। ਮੈਂ ਤਾਂ ਸਾਰਿਆਂ ਨਾਲ ਗੱਲ ਕੀਤੀ ਸੀ, ਪਰ ਕਿਸੇ ਨੇ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ। ਬਸ ਆਪਣੇ ਮੁੰਡੇ ਨੂੰ ਸਹੀ ਸਮਝਿਆ। ਦਿਓਰ ਭਾਬੀ ਦਾ ਰਿਸ਼ਤਾ ਕਿੰਨਾ ਪਵਿੱਤਰ ਹੁੰਦਾ ਤੇ ਦੋਨਾਂ ਦੇ ਵਿਚਕਾਰ ਦੂਰੀ ਵੀ ਜ਼ਰੂਰੀ ਹੁੰਦੀ ਆ। ਇੱਕ ਦਿਨ ਮੈਨੂੰ ਕਿਸੇ ਨਵੇਂ ਨੰਬਰ ਤੋਂ ਫੋਨ ਆਇਆ ਤੇ ਮੈਂ ਆਵਾਜ਼ ਪਹਿਚਾਣ ਲਈ ਤੇ ਉਹ ਮੇਰਾ ਦਿਓਰ ਹੀ ਸੀ ਤੇ ਕਹਿੰਦਾ ਭਾਬੀ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਵਾਪਸ ਆ ਜਾਓ। ਉਹ ਮੈਨੂੰ ਕਹਿੰਦਾ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰੂੰਗਾ। ਅਸਲ ਵਿੱਚ ਮੇਰੇ ਦੋਸਤ ਮੈਨੂੰ ਗੰਦੀਆਂ ਫਿਲਮਾਂ ਦਿਖਾਉਂਦੇ ਸੀ। ਜਿਸ ਦਿਨ ਤੁਸੀਂ ਮੈਨੂੰ ਚੈਨਲ ਚੇਂਜ ਕਰਦੇ ਵੇਖਿਆ ਸੀ, ਉਸ ਦਿਨ ਮੈਂ ਡਰਾਉਣੀ ਫਿਲਮ ਨਹੀਂ ਸਗੋਂ ਗੰਦੀ ਫਿਲਮ ਦੇਖ ਰਿਹਾ ਸੀ। ਇਸ ਕਰਕੇ ਇਦਾਂ ਦੀਆਂ ਚੀਜ਼ਾਂ ਦੇਖ ਕੇ ਮੇਰਾ ਮਨ ਵੀ ਭੜਕ ਗਿਆ। ਮੈਂ ਕਿਹਾ ਤੂੰ ਗਲਤੀ ਨਹੀਂ, ਗੁਨਾਹ ਕੀਤਾ ਹੈ। ਮੈਂ ਤੈਨੂੰ ਕਦੀ ਵੀ ਮਾਫ ਨਹੀਂ ਕਰੂੰਗੀ। ਤੇਰੇ ਘਰਦਿਆਂ ਦੀ ਵੀ ਗਲਤੀ ਆ ਜੋ ਸਾਰਾ ਦਿਨ ਤੇਰੀਆਂ ਹਰਕਤਾਂ ਵੱਲ ਨਹੀਂ ਧਿਆਨ ਦਿੰਦੇ। ਉਹ ਤਾਂ ਤੈਨੂੰ ਅੱਖਾਂ ਬੰਦ ਕਰਕੇ ਬੱਚਾ ਸਮਝ ਕੇ ਬੈਠੇ ਆ। ਮੈਂ ਤੇਰੇ ਭਰਾ ਤੋਂ ਵੀ ਤਲਾਕ ਲੈਣਾ। ਮੈਂ ਤੁਹਾਡੇ ਪਰਿਵਾਰ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੀ। ਫਿਰ ਮੈਂ ਫੋਨ ਕੱਟ ਦਿੱਤਾ। ਕੁਝ ਕੁ ਮਹੀਨਿਆਂ ਬਾਅਦ ਮੇਰੇ ਬੱਚਾ ਹੋਇਆ ਤੇ ਮੈਂ ਸਨੀ ਤੋਂ ਵੀ ਤਲਾਕ ਲੈ ਲਿਆ। ਇਹੋ ਜਿਹੇ ਲੋਕਾਂ ਦਾ ਇਹੀ ਅੰਜਾਮ ਹੋਣਾ ਚਾਹੀਦਾ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਕਦੀ ਵੀ ਆਪਣਾ ਨਹੀਂ ਸਮਝਣਾ ਚਾਹੀਦਾ। ਐਸੇ ਲੋਕਾਂ ਨਾਲ ਕੋਈ ਵੀ ਰਿਸ਼ਤਾ ਨਹੀਂ ਚਾਹੀਦਾ। ਸੋ ਦੋਸਤੋ, ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।